ਅੱਜ ਅਸੀਂ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਅੰਕ ਗਣਿਤਕ ਲੜੀਆਂ, ਜਿਸ ਨੂੰ ਅਸੀਂ ਅਰਥਮੈਟਿਕ ਪ੍ਰੋਗਰੈਸ਼ਨ ਯਾਨੀ ਕਿ ਸ਼ਾਰਟ ਫਾਰਮ ਦੇ ਵਿੱਚ ਅਸੀਂ ਇਸ ਨੂੰ AP ਕਹਿੰਦੇ ਹਾਂ। ਬਹੁਤ ਹੀ ਆਸਾਨ ਔਰ ਬਹੁਤ ਹੀ ਇੰਪੋਰਟੈਂਟ ਹੈ ਇਹ ਸਾਡੇ ਐਗਜ਼ਾਮ ਦੇ ਲਈ। ਹਰ ਇੱਕ ਬੱਚੇ ਨੂੰ ਇਹ ਚੈਪਟਰ ਜਿਹੜਾ ਹੈ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਜਾਏਗਾ, ਕਿਉਂਕਿ ਇਹ ਬਹੁਤ ਹੀ ਆਸਾਨ ਚੈਪਟਰ ਹੈ। ਥੋੜ੍ਹਾ ਜਿਹਾ ਤੁਹਾਡੇ ਲਈ ਨਵਾਂ ਹੈ ਕਿਉਂਕਿ ਤੁਸੀਂ ਅੱਜ ਤੋਂ ਪਹਿਲੇ ਕਿਸੇ ਕਲਾਸ ਦੇ ਵਿੱਚ ਇਹ ਨਹੀਂ ਪੜ੍ਹਿਆ ਹੋਇਆ, ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਇੱਕ ਵਾਰੀ ਸਮਝ ਲੈਣਾ ਵੀ ਅੰਕ ਗਣਿਤਕ ਲੜੀਆਂ ਯਾਨੀ ਕਿ ਜਿਸ ਨੂੰ ਅਸੀਂ ਅਰਿਥਮੈਟਿਕ ਪ੍ਰੋਗਰੈਸ਼ਨ ਕਹਿੰਦੇ ਹਾਂ, ਉਹ ਐਕਚੁਅਲ ਵਿੱਚ ਹੁੰਦਾ ਕੀ ਆ। ਦੇਖੋ, ਸਭ ਤੋਂ ਪਹਿਲੇ ਅਸੀਂ ਇੱਕ ਗੱਲ ਸਿੱਖਾਂਗੇ ਵੀ ਜਦੋਂ ਕਿਸੇ ਵੀ ਨੰਬਰ ਨੂੰ ਜਾਂ ਨੰਬਰਸ ਨੂੰ ਕਿਸੇ ਖਾਸ ਤਰਤੀਬ ਵਿੱਚ ਲਿਖਿਆ ਜਾਵੇ, ਜਦੋਂ ਕਿਸੇ ਵੀ ਨੰਬਰਾਂ ਨੂੰ ਇੱਕ ਖਾਸ ਤਰਤੀਬ ਦੇ ਵਿੱਚ ਲਿਖਿਆ ਜਾਵੇ ਤਾਂ ਉਸ ਨੂੰ ਅਸੀਂ ਸੀਕੁਐਂਸ ਕਹਿੰਦੇ ਹਾਂ, ਯਾਨੀ ਕਿ ਕਰਮ। ਕਹਿਣ ਦਾ ਭਾਵ ਹੈ ਸਭ ਤੋਂ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਸੀਕੁਐਂਸ, SEQUENCE, ਸੀਕੁਐਂਸ ਨੂੰ ਪੰਜਾਬੀ ਚ ਕਹਿੰਦੇ ਕਰਮ। ਕਰਮ ਜਿਵੇਂ ਪਹਿਲੇ ਨੰਬਰ, ਦੂਜਾ ਨੰਬਰ, ਤੀਜਾ ਨੰਬਰ, ਇਹ ਸਾਰਾ ਕੁਝ ਹੈ ਕਰਮ, ਯਾਨੀ ਕਿ ਸੀਕੁਐਂਸ ਹੈ ਕਿਸੇ ਵੀ ਚੀਜ਼ ਦਾ। ਕਹਿੰਦਾ ਜਦੋਂ ਨੰਬਰਸ ਨੂੰ when numbers are written in a definite rule, when numbers are written in a definite rule, ਜਦੋਂ ਕਿਸੇ ਨੰਬਰ ਨੂੰ ਕਿਸੇ ਖਾਸ ਤਰਤੀਬ ਜਾਂ ਨਿਯਮ ਦੇ ਤਹਿਤ ਲਿਖਿਆ ਜਾਂਦਾ ਹੈ, when numbers are written in a definite rule that form a sequence, ਕਰਮ, that form a sequence। ਕਹਿਣ ਦਾ ਭਾਵ ਹੈ ਕਿ ਜਦੋਂ ਕਿਸੇ ਨੰਬਰਾਂ ਨੂੰ ਅਸੀਂ ਇੱਕ ਖਾਸ ਰੂਲ, ਡੈਫੀਨੇਟ ਰੂਲ ਕਹਿਣ ਦਾ ਭਾਵ ਹੈ ਖਾਸ ਤਰਤੀਬ ਦੇ ਤਹਿਤ ਕਿਸੇ ਨਿਯਮ ਦੇ ਵਿੱਚ ਲਿਖਦੇ ਹਾਂ ਤਾਂ ਉਹ ਇੱਕ ਸੀਕੁਐਂਸ ਹੁੰਦਾ ਹੈ। ਭਾਵ ਜਦੋਂ ਅੰਕਾਂ ਨੂੰ ਕਿਸੇ ਖਾਸ ਨਿਯਮ ਤਹਿਤ ਲਿਖਿਆ ਜਾਵੇ ਤਾਂ ਉਸ ਨੂੰ ਕਰਮ ਯਾਨੀ ਕਿ ਸੀਕੁਐਂਸ ਕਿਹਾ ਜਾਂਦਾ ਹੈ। ਤਾਂ ਮੈਂ ਸਿੰਪਲ ਜੀ ਐਗਜ਼ਾਮਪਲ ਦੇ ਰਿਹਾ, ਤਾਂ ਆਪਣੇ ਕੋਲ ਇੱਕ ਐਗਜ਼ਾਮਪਲ, ਕੋਈ ਵੀ ਐਗਜ਼ਾਮਪਲ ਲੈ ਕੇ ਆਪਾਂ ਚੱਲ ਸਕਦੇ ਹਾਂ, ਜਿਵੇਂ 1 ਦਾ ਸਕੇਅਰ, 2 ਦਾ ਸਕੇਅਰ, 3 ਦਾ ਸਕੇਅਰ, 4 ਦਾ ਸਕੇਅਰ ਐਂਡ ਸੋ। ਇਹ ਇੱਕ ਸੀਕੁਐਂਸ ਬਣ ਰਿਹਾ ਹੈ। ਤੁਸੀਂ ਇਸ ਦੇ ਵਿੱਚ ਖਾਸ ਗੱਲ ਦਾ ਖਿਆਲ ਰੱਖੋ ਵੀ ਜਦੋਂ ਇਹ 1 ਦਾ ਸਕੇਅਰ ਹੈ, ਵਰਗ ਹੈ, 2 ਦਾ ਵਰਗ, 3 ਦਾ ਵਰਗ, 4 ਦਾ ਵਰਗ, ਇਹ ਚੱਲਦੇ 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 ਇਹ ਇੱਕ ਲੜੀ ਬਣ ਰਹੀ ਹੈ। ਤਾਂ ਇਸ ਲੜੀ ਦੇ ਵਿੱਚ ਜਿਹੜੇ ਨੰਬਰ ਹਨ ਇੱਕ ਖਾਸ ਰੂਲ ਦੇ ਤਹਿਤ ਲਿਖੇ ਗਏ ਹਨ। ਕਿਵੇਂ ਲਿਖੇ ਗਏ ਹਨ ਜੀ? ਹਰ ਇੱਕ ਨੰਬਰ ਦਾ ਅਸੀਂ ਵਰਗ ਕਰਿਆ ਹੈ, ਹਰ ਇੱਕ ਨੰਬਰ ਦਾ ਅਸੀਂ ਵਰਗ ਕਰਿਆ ਹੈ। ਜਦੋਂ ਅਸੀਂ ਇਸ ਦੇ, ਇਹ ਪਹਿਲੇ ਨੰਬਰ ਤੇ ਆ, ਇਹ ਦੂਜੇ ਤੇ, ਇਹ ਤੀਜੇ ਤੇ, ਇਹ ਚੌਥੇ ਦੀ, ਪੰਜਵੇਂ, ਛੇਵੇਂ, ਸੱਤਵੇਂ ਚੱਲਦਾ ਜਾਏਗਾ ਔਰ ਇੱਕ n ਨੰਬਰ ਤੇ ਉੱਤੇ n ਸਕੇਅਰ ਆ ਜਾਏਗਾ।
ਤਾਂ n ਨੰਬਰ ਦੇ ਉੱਤੇ ਕੌਣ ਬੈਠਾ ਹੈ ਜੀ? ਇਹ ਪਹਿਲੇ ਨੰਬਰ ਤੇ 1 ਬੈਠਾ, ਦੂਜੇ ਤੇ 2 ਬੈਠਾ, ਤੀਜੇ ਤੇ 3 ਬੈਠਾ, ਚੌਥੇ ਤੇ 4 ਦਾ ਵਰਗ ਬੈਠਾ। ਇੱਦਾਂ ਹੀ ਚੱਲਦੇ ਚੱਲਦੇ ਜੇ ਮੈਂ ਇਹ ਕਹਾਂ ਵੀ n ਨੰਬਰ ਤੇ ਕੌਣ ਬੈਠਾ, ਤਾਂ n ਨੰਬਰ ਦੇ ਉੱਤੇ n ਦਾ ਵਰਗ ਬੈਠਿਆ ਹੈ। ਤਾਂ ਇਹ ਜੋ ਹੈ ਇਹ ਇੱਕ ਸੀਕੁਐਂਸ ਹੈ, ਇਸ ਲਈ n ਸਕੁਅਰ ਜੋ ਹੈ ਇੱਕ ਕਰਮ यानी कि सीक्वेंस है। कहने का भाव है इन्हां नंबरां का एक रूल बनाता मैं, तुसी कोई भी रूल लिख सकते, 1 का क्यूब, 2 क्यूब, 3 क्यूब, 4 क्यूब, अगे चल के आ जाएगा n क्यूब। तो इदां जदों किसी नंबरस नूं असीं एक खास रूल के तहत लिखते हैं तो साडे कोल एक सीक्वेंस बनता है। तो ये तो गल हो गई जी सीक्वेंस की। सब तो पहले सानू पता होना चाहिए भी सीक्वेंस हुंदा की है। हुण आपां इस तो अगे चलांगे, असीं ये सीखण की कोशिश करांगे भी साडी जिहड़ी सीक्वेंस तो बाद अगे अर्थमैटिक प्रोग्रैशन है वो की है। जदों नंबरां नूं एक लड़ी दे विच परोया जावे, जिवें आपां कोई माला बुणदे हैं, माला धागे ਦੇ ਵਿੱਚ ਅਸੀਂ ਪਹਿਲੇ ਇੱਕ ਮਣਕਾ, ਫਿਰ ਦੂਜਾ ਮਣਕਾ, ਤੀਜਾ ਮਣਕਾ, ਇੱਦਾਂ ਅਲੱਗ-ਅਲੱਗ ਮਣਕੇ ਪਾ ਕੇ ਇੱਕ ਮਾਲਾ ਬਣਦੀ ਹੈ ਤਾਂ ਇੱਕ ਪੈਟਰਨ ਬਣ ਜਾਂਦਾ ਹੈ। ਤਾਂ ਖਾਸ ਉਹ ਮਾਲਾ ਜਿਹੜੀ ਹੈ ਇੱਕ ਲੜੀ ਦੇ ਵਿੱਚ ਪਰੋਏ ਹੋਏ ਧਾਗੇ ਦੇ ਵਿੱਚ, ਇੱਕ ਲੜੀ ਦੇ ਵਿੱਚ ਪਰੋਏ ਹੋਏ ਮੋਤੀ ਹੁੰਦੇ ਹਨ। ਸੇਮ ਉਸੇ ਹੀ ਤਰ੍ਹਾਂ ਸਾਡੇ ਕੋਲ ਇੱਕ ਅੰਕ ਗਣਿਤਕ ਲੜੀ ਹੈ। ਲੜੀ ਕਿਉਂ ਕਿਹਾ ਗਿਆ ਹੈ? ਕਿਉਂਕਿ ਇਸ ਦੇ ਵਿੱਚ ਅੱਗੇ ਤੋਂ ਅੱਗੇ ਜਿਹੜੀਆਂ ਹਨ ਅੰਕ ਕਹਿ ਲਓ ਜਾਂ ਸੰਖਿਆਵਾਂ ਕਹਿ ਲਓ, ਉਹ ਜੁੜਦੀਆਂ ਜਾਂਦੀਆਂ। ਤਾਂ ਅੰਕ ਗਣਿਤਕ ਲੜੀ, ਅੰਕ ਗਣਿਤਕ ਲੜੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਹਿੰਦਾ ਜਦੋਂ ਕਿਸੇ ਲੜੀ ਵਿੱਚ ਜਦੋਂ ਕਿਸੇ ਲੜੀ ਵਿੱਚ ਨੇੜੇ ਦੀਆਂ ਦੋ ਰਕਮਾਂ ਕਹਿ ਲਓ ਦੇ ਵਿਚਕਾਰ ਅੰਤਰ ਹਮੇਸ਼ਾ ਬਰਾਬਰ ਰਹੇ ਤਾਂ ਉਸ ਨੂੰ ਅੰਕ ਗਣਿਤਕ ਲੜੀ ਕਹਿੰਦੇ ਹਨ। ਹਲੇ ਮੈਂ ਇਹ ਪਰਿਭਾਸ਼ਾ ਬਿਲਕੁਲ ਸਿੰਪਲ ਜੀ ਦੱਸੀ ਹੈ, ਹਲੇ ਇਹਦੀ ਅਸਲ ਪਰਿਭਾਸ਼ਾ ਤੇ ਮੈਂ ਨਹੀਂ ਗਿਆ। ਹਲੇ ਮੈਂ ਸਿੰਪਲ ਇੱਕ ਗੱਲ ਦੱਸ ਰਿਹਾ ਵੀ ਜਦੋਂ ਕਿਸੇ ਲੜੀ ਦੇ ਵਿੱਚ ਨੇੜੇ ਦੀਆਂ ਦੋ ਰਕਮਾਂ, ਕੋਈ ਨੇੜੇ ਦੀਆਂ ਨਾਲ ਵਾਲੀਆਂ ਜਿਹੜੀਆਂ ਹਨ ਕੰਜਕਟਿਵ ਟਰਮਸ ਜਿਸ ਨੂੰ ਬੋਲਦੇ ਆ, ਉਹਨਾਂ ਦਾ ਜਿਹੜਾ ਅੰਤਰ ਹੈ, ਡਿਫਰੈਂਸ ਹੈ, ਉਹ ਕੀ ਰਹੇ? ਹਮੇਸ਼ਾ ਬਰਾਬਰ। ਉਹਨਾਂ 'ਚ ਬਰਾਬਰ ਰਹੇ ਅੰਤਰ ਤਾਂ ਉਸ ਨੂੰ ਅੰਕ ਗਣਿਤਕ ਲੜੀ ਕਹਿੰਦੇ ਹਨ। ਤੇ ਜੇ ਇਸ ਦੀ ਅਸੀਂ ਪ੍ਰੋਪਰ ਡੈਫੀਨੇਸ਼ਨ ਵੱਲ ਚਲੀਏ ਤਾਂ ਇਸ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਧਿਆਨ ਨਾਲ ਸਮਝ ਲੈਣੀ ਹੈ ਤੁਸੀਂ ਕਿ ਜਦੋਂ ਕਿਸੇ ਲੜੀ ਵਿੱਚ ਅੱਗੇ ਵਾਲੇ ਪਦ, ਇਹਨੂੰ ਕਹਿੰਦੇ ਟਰਮ, ਅੱਗੇ ਵਾਲੇ ਪਦ ਦਾ ਪਿਛਲੇ ਪਦ यानी कि टर्म नाल अंतर हमेशा बराबर रहे तां उस लड़ी नूं
ਅੰਕ ਗਣਿਤਕ ਲੜੀ ਕਿਹਾ ਜਾਂਦਾ ਹੈ। ਹੁਣ ਥੋੜੀ ਜਿਹੀ ਗੱਲ ਤੁਹਾਨੂੰ ਹੋਰ ਕਲੀਅਰ ਹੋ ਗਈ ਵੀ ਜਦੋਂ ਕਿਸੇ ਲੜੀ ਵਿੱਚ ਅੱਗੇ ਵਾਲੇ ਪਦ, ਇਹ ਗੱਲ ਸਮਝਣ ਵਾਲੀ ਆ, ਅੱਗੇ ਵਾਲੇ ਪਦ ਦਾ ਪਿਛਲੇ ਪਦ ਉਹਦੇ ਪਿੱਛੇ ਹੈ ਜੋ ਨਾਲ ਅੰਤਰ यानी कि डिफरेंस हमेशा की रहे जी, बराबर रहे, तो उस लड़ी नूं की कहा जाता है, अंक गणितक लड़ी। मीनस अगर इनू असी इंग्लिश दे विच ट्रांसलेट करन दी गल करिए कि अगर किसी भी सीरीज दे विच इफ in any series the difference of the following term to the previous is constant throughout the series, then it is called arithmetic series। शॉर्ट फॉर्म ही यूज करांगा मैं हुण, अज तो बाद मैं हुण अंक गणितक लड़ी नहीं लिखांगा ना, मैं लिखांगा अर्थमैटिक, शॉर्ट फॉर्म यूज करके चलांगे AP सीरीज़। तो इत्थों तक तुहानूं उम्मीद करदा भी गल समझ लग गई होनी भी इफ इन एनी सीरीज़ द डिफरेंस मतलब अंतर, डिफरेंस ऑफ द फॉलोइंग टर्म टू द प्रीवियस, अगे वाली दे विचों पिछे वाली टर्म नूं अगर माइनस करते हैं तो वो डिफरेंस की हो जाता जी, कॉन्सटेंट रहिंदा है। कॉन्सटेंट मतलब हमेशा सेम रहिंदा थ्रू आउट द सीरीज़, दैन इट इज़ कॉल्ड अर्थमैटिक सीरीज़। तो वह एक अर्थमैटिक सीरीज़ बन जाती है। इस क्वेश्चन नूं, इस डेफिनेशन नूं असीं एक उदाहरण लेके हल करांगे तां जो कि तुहानूं बिल्कुल अच्छी तरह एक कहानी समझ आ जाए भी अंक गणितक लड़ी हुंदी की है। मैं एग्जाम्पल ले रहे हैं जी, पहले मैं बहुत ही सौखी एग्जाम्पल लेके चलांगा 1 3 5 7 9 एंड सो ऑन का मतलब है सीरीज़ जिहड़ी है वो खत्म नहीं हुई, अगे तो अगे वो चल रही है, इसलिए ये लगाना जरूरी है। देखो डेफिनेशन क्या कहती है कि इन्हां कोई नेड़े वालियां दो रकमां दा अंतर चैक करना, ये अगे वाली रकम दे विचों पिछे वाली रकम माइनस करनी है। अगे वाली रकम 3 है तो उहदे पिछे कौन है जी 1, ये माइनस करना। इहदी 5 माइनस अगे 5 है, पिछे कौन है उसदे 3, ये माइनस करना है। इहदी 7 है, अगे पिछे कौन है उसदे 5, 7 चो 5 माइनस करांगे। इदी अगे 9 है तो पिछे की है 7। तो मैं एक पैटर्न बन गया, मैं कराया कि अगे वाली जो मेरे को संख्या है उस तो पिछे वाली संख्या में माइनस कर रहे हैं। इदी 5 चो 3 माइनस करें या फिर 7 चो 5, फिर 9 चो 7 माइनस करें। आओ चैक करते हैं भी की आ रहा है। इत्थे 2, इत्थे भी फर्क 2 का है, इत्थे भी फर्क 2 का है, इत्थे भी फर्क की है 2 का है। इसका मतलब ये सारी जिहड़ी लड़ी है, इस लड़ी दे विच अगर कोई भी अगे वाली रकम चो कोई भी पिछे वाली रकम माइनस करते हैं, अगे वाली चो जो पिछे वाली माइनस करते हैं तो वो जिहड़ा अंतर है, डिफरेंस है, वो हमेशा की आंदा है जी कॉन्सटेंट, यानी कि हमेशा बराबर रहिंदा है, सेम रहिंदा है। तो ये अगर सेम रहिंदा है तो उस लड़ी नूं असीं कहंदे हैं अंक गणितक लड़ी। इस लई यह AP अर्थमैटिक प्रोग्रेशन है। तो इत्थे होर थोड़ा जिहा मैं इलैबोरेट करन दी गल करांगा भी हुण ये तो गल समझ लग गई भी अंक गणितक लड़ी हुंदी की है। सिर्फ तुसीं इदां ही चैक करना हुंदा अंक गणितक लड़ी नूं। हुण इत्थे एक गल दा ध्यान रखना कि इत्थे
ਜੋ ਇਹ ਅੰਤਰ ਹੈ ਅੰਤਰ ਨੂੰ ਸਾਂਝਾ ਅੰਤਰ ਕੀ ਕਿਹਾ ਜਾਂਦਾ ਹੈ ਜੀ? ਸਾਂਝਾ ਅੰਤਰ। ਇਹਨੂੰ ਇੰਗਲਿਸ਼ ਚ ਕਹਿੰਦੇ ਅਸੀਂ ਕਾਮਨ ਡਿਫਰੈਂਸ। ਕਾਮਨ ਡਿਫਰੈਂਸ ਦਾ मतलब है ਸਾਂਝਾ ਅੰਤਰ, ਕਿਉਂਕਿ ਸਾਰਿਆਂ 'ਚ ਸੇਮ ਆ ਰਿਹਾ ਇਸ ਲਈ ਇਹ ਕਾਮਨ ਆ ਗਿਆ, ਤੇ ਸਾਰਿਆਂ ਦੇ ਵਿੱਚੋਂ ਇਹ ਡਿਫਰੈਂਸ ਕਰ ਰਹੇ ਹਾਂ ਅਸੀਂ, ਮਾਈਨਸ ਕਰ ਰਹੇ ਹਾਂ, ਇਸ ਲਈ ਇਹ ਬਣ ਗਿਆ ਸਾਂਝਾ ਅੰਤਰ। ਸਾਂਝਾ, ਇੱਥੇ ਅੰਤਰ ਨੂੰ ਸਾਂਝਾ ਅੰਤਰ ਕਿਹਾ ਜਾਂਦਾ ਹੈ ਤੇ ਇਸ ਨੂੰ ਡੀ ਸਮॉल ਲੈਟਰ ਯੂਜ਼ ਕਰਨੇ ਆ, ਸਮॉल ਡੀ ਨਾਲ ਦਰਸਾਇਆ ਜਾਂਦਾ ਹੈ। ਉਮੀਦ ਕਰਦਾ ਇਹ ਗੱਲ ਸਮਝ ਲੱਗ ਗਈ ਹੋਣੀ। ਤਾਂ ਇੱਥੇ ਤੁਸੀਂ ਦੇਖ ਰਹੇ ਹੋ ਵੀ ਇੱਥੇ ਅੰਤਰ ਨੂੰ ਸਾਂਝਾ ਅੰਤਰ ਕਹਿਣਾ ਹੈ। ਸਾਂਝਾ ਅੰਤਰ ਮਤਲਬ ਕਿ ਕਾਮਨ ਡਿਫਰੈਂਸ ਆ, ਔਰ ਉਹਨੂੰ ਕਿਹਦੇ ਨਾਲ ਲਿਖਣਾ ਹੈ? ਸਮॉल ਡੀ ਨਾਲ ਲਿਖਣਾ ਹੈ। कैपिटल डी ਨਾਲ डिनोट नहीं करना और नोटेशन चेंज हो जाएगी। ਅਤੇ ਪਹਿਲੇ ਪਦ, ਆ ਪਹਿਲਾ ਪਦ ਜੋ 1 ਨੰਬਰ ਤੇ ਬੈਠਾ ਪਹਿਲਾ, ਇਹਨੂੰ ਕਹਿੰਦੇ ਆ ਫਸਟ ਟਰਮ। ਪਹਿਲਾ ਪਦ यानी कि फस्ट टर्म, ये फस्ट टर्म है, ये साडी सैकेंड टर्म है, ये थर्ड टर्म है, ये फोर्थ है, ये कितनी टर्म है जी? फिफ्थ टर्म है। इनू पंजाबी च कहते पहला पद, फिर दूजा पद, तीजा पद, चौथा, पंजवां, इदां अगे भी पद इहदे चलते जाणगे, जिहड़े आपां अगे चल के कड्डांगे ते पता करांगे। ते इत्थे सानू पता लग गया कि पहले पद जो है उसनूं असीं फस्ट टर्म कहंदे हां, कहंदे हन, ਅਤੇ ਇਸ ਨੂੰ ਸਮॉल ਲੈਟਰ A ਨਾਲ ਦਰਸਾਇਆ ਜਾਂਦਾ ਹੈ। ਇੱਥੋਂ ਤੱਕ ਸਾਰਾ ਕੁਝ ਤੁਹਾਨੂੰ ਉਮੀਦ ਲੱਗਦੀ ਹੈ ਮੈਨੂੰ ਵੀ ਸਾਰਾ ਕੁਝ ਸਮਝ ਆ ਗਿਆ ਹੋਣਾ ਵੀ ਅੰਕ ਗਣਿਤਕ ਲੜੀ ਕਿਸ ਤਰ੍ਹਾਂ ਦੀ ਹੁੰਦੀ ਆ। ਇਹਦੇ ਵਿੱਚ ਦੋ ਚੀਜ਼ਾਂ ਅਸੀਂ ਕੱਢ ਰਹੇ ਹਾਂ, ਇੱਕ ਤਾਂ ਡੀ ਸਾਂਝਾ ਅੰਤਰ, ਔਰ ਦੂਜਾ ਅਸੀਂ ਇਸ 'ਚ ਪਤਾ ਕਰ ਰਹੇ ਹਾਂ ਜੀ ਪਹਿਲਾ ਪਦ। ਹੋਰ ਐਗਜ਼ਾਮਪਲ ਲੈਂਦੇ ਹਾਂ ਜੀ ਜਿਹਦੇ ਨਾਲ ਤੁਹਾਨੂੰ ਹੋਰ ਕਲੀਅਰ ਹੋ ਜਾਏਗਾ ਵੀ ਅੰਕ ਗਣਿਤਕ ਲੜੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਹੋਰ ਐਗਜ਼ਾਮਪਲ ਲੈ ਰਹੇ ਹਾਂ ਜੀ ਆਪਾਂ। ਮੈਂ ਐਗਜ਼ਾਮਪਲ ਲੈ ਰਿਹਾ 2 4 6 8 10 एंड सो ऑन, अगे तो अगे लड़ी चल रही है। देखो ये जो पहले नंबर ते है ए, इसनों कहते हैं ए, यानी कि पहला पद, यानी कि इंग्लिश इनू कहते हैं असी फस्ट टर्म। इसकी कीमत कितनी आई है जी? 2। हुण तुहानूं एक गल पता लग गई भी ए जो है वो पहला पद है, यानी कि फस्ट टर्म है, दैट इज डिनोटेड बाय ए, वो है साडा 2। हुण असी कढ़ना है साझा अंतर। साझा अंतर किस नाल लिखते हैं जी इसनूं? डी नाल। डी इज इक्वल टू क्या है साडा साझा अंतर, जिन्हों असी कहते हैं कॉमन डिफरेंस। कॉमन डिफरेंस की हुंदा जी? अगे वाली रकम जिहड़ी है उस चों नाल वाली पिछे जो बैठी है वो माइनस करनी है। तुसी चैक करो भी 4 अगे है, पिछे कौन है उसके 2, ये आ गया 2। फिर मैं अगे चैक करांगा, इस दे विच अगे मेरे कोल है 6 तो उहदे पिछे कौन बैठा है 4, ये भी 2 आ गया। फिर अगे कौन है मेरे कोल 8, उहदे पिछे कौन है 6, फिर 2 आ गया। फिर अगे मेरे कोल की है 10, उहदे पिछे कौन बैठा 8, यानी कि 2। ये देखो तुसी साझा अंतर जो डी है, इत्थे भी 2, इत्थे भी 2, इत्थे भी 2, इत्थे भी 2, सारिਆਂ 'ਚ ਇਹ ਕੀ आ गया जी? बराबर आ गया, सेम आ गया। जे ਇਹ बराबर आएगा ਤਾਂ ਇਹ अंक गणितक लड़ी है। इस ਲਈ ਆਪਾਂ अगर इसनों थोड़ा ਜਿਹਾ ਹੋਰ ਅੱਗੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ मैं ਇੱਥੇ ਇੱਕ ਗੱਲ ਲਿਖਾਂਗਾ।
के क्योंकि क्योंकि साझा अंतर बराबर है। साझा अंतर की आ गया जी सारिਆਂ 'ਚ बराबर है, इस ਲਈ ਇਹ AP है। AP मीन्स अंक गणितक लड़ी, होर की नाम सी अर्थमैटिक प्रोग्रेशन। बिकॉज कॉमन डिफरेंस is same, therefore it is an AP। ਤਾਂ ਹੁਣ ਸਾਨੂੰ ਇੱਕ ਗੱਲ ਪਤਾ ਲੱਗ ਗਈ ਵੀ ਅੰਕ ਗਣਿਤਕ ਲੜੀ ਹੁੰਦੀ ਕਿੱਦਾਂ ਦੀ ਆ ਤੇ ਅਸੀਂ ਕਿਵੇਂ ਪਤਾ ਕਰਨਾ ਹੈ ਵੀ ਦਿੱਤੀ ਹੋਈ ਲੜੀ ਜੋ ਹੈ ਉਹ ਅੰਕ ਗਣਿਤਕ ਲੜੀ ਹੈ ਜਾਂ ਨਹੀਂ। ਹੁਣ ਇਸ ਤੋਂ ਅੱਗੇ ਆਪਾਂ ਕੁਝ ਕੁਐਸਚਨ ਕਰਾਂਗੇ ਜਿਨ੍ਹਾਂ 'ਚ ਆਪਾਂ ਇਹ ਚੈੱਕ ਕਰਾਂਗੇ ਵੀ ਜੇ ਕੋਈ ਲੜੀ ਸਾਨੂੰ ਦਈ ਹੋਈ ਹੈ ਤਾਂ ਕੀ ਉਹ ਲੜੀ ਜਿਹੜੀ ਹੈ ਅੰਕ ਗਣਿਤਕ ਲੜੀ ਹੈ ਜਾਂ ਨਹੀਂ। ਤਾਂ ਮੈਂ 2-3 ਕੁਐਸਚਨ ਕਰਾਵਾਂਗਾ, ਬੜੇ ਹੀ ਆਸਾਨ ਕੁਐਸਚਨ ਜਿਹੜੇ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਸਮਝ ਆ ਜਾਣਗੇ। बहुत ही इंटरस्टिंग जो चैप्टर है और बहुत ही स्कोरिंग है। इस दे विचों हर बच्चा कोई ना कोई जो है हल कर सकता है। इस दे विच बहुत ज़्यादा सानू कैलकुलेशनस करन दी लोड़ नहीं पैंदी। तो आम जी गल्लां जिहड़ियां हन वो आपां इत्थे हल करांगे। अपने कोल एक क्वेश्चन है जी, ये क्वेश्चन जिहड़ा है एक्सरसाइज 5.1 दा है। एक्सरसाइज 5.1 ਦੇ ਵਿੱਚੋਂ मैं क्वेश्चन ले रहा कि पता करना है कि केड़ी AP है। पता करो केड़ी लड़ी AP है ਅਤੇ जेकर है कहंदा है तां पहला पद यानी कि फर्स्ट टर्म अते साझा अंतर पता करो। साझा अंतर पता करो। ਤਾਂ ਹੁਣ ਮੈਂ ਇੱਥੋਂ ਥੋੜਾ ਜਿਹਾ ਤੁਹਾਡੇ ਨਾਲ ਇਹਨੂੰ ਹੱਲ ਕਰਦੇ ਹਾਂ ਜੀ। ਇੱਕ ਕੁਐਸਚਨ ਮੇਰੇ ਕੋਲ ਆ ਰਿਹਾ ਹੈ 2 4 8 16 ਐਂਡ ਸੋ। ਸਭ ਤੋਂ ਪਹਿਲੇ ਮੈਂ ਇਹ ਚੈੱਕ ਕਰਨਾ ਵੀ ਇਹ ਕੀ AP ਹੈ। ਹੁਣ ਇੱਕ ਗੱਲ ਤੁਹਾਨੂੰ ਕਲੀਅਰ ਹੋ ਗਈ ਵੀ AP ਅੰਕ ਗਣਿਤਕ ਲੜੀ ਉਹ ਹੁੰਦੀ ਹੈ ਜਿਸ ਦੇ ਵਿੱਚ ਸਾਂਝਾ ਅੰਤਰ ਕਾਮਨ ਡਿਫਰੈਂਸ ਹਮੇਸ਼ਾ ਬਰਾਬਰ ਰਹਿੰਦਾ ਹੈ। ਤਾਂ ਆਪਾਂ कॉमन डिफरेंस पता करांगे। अगे कौन है जी 4। याद रखना अगे वाली दे विचों पिछे वाली रकम माइनस करनी है। 4 - 2 4 - 2 करना है। 4 - 2 कितना आ गया जी 2। फिर असी पता करांगे 8 - 4 अगे वाली रकम जो पिछे वाली रकम सबट्रैक्ट करांगे। 8 चो 4 माइनस करे 4 आ गया। फिर अगे असी माइनस करांगे 16 ਦੇ ਵਿੱਚੋਂ 8। ਧਿਆਨ ਰੱਖਣਾ ਅੱਗੇ ਵਾਲੀ ਰਕਮ ਜੋ ਪਿੱਛੇ ਵਾਲੀ ਰਕਮ ਮਾਈਨਸ ਕਰਨੀ ਹੈ। 16 - 8 ਇਹ ਆ ਗਿਆ 8। ਤਾਂ ਤੁਸੀਂ ਇੱਥੇ ਦੇਖ ਰਹੇ ਆ ਵੀ ਜਿਹੜਾ ਸਾਂਝਾ ਅੰਤਰ ਹੈ ਉਹ ਪਹਿਲੇ ਕੇਸ ਦੇ ਵਿੱਚ 2, ਦੂਜੇ 'ਚ ਕਿੰਨਾ ਆਇਆ ਜੀ 4 ਫਿਰ 8 ਮਤਲਬ ਕਿ 2 4 8 ਆਇਆ। ਇਹ ਸਾਂਝਾ ਅੰਤਰ ਜੋ ਹੈ ਇਹ बराबर नहीं आया, इस करके यह अंक गणितक लड़ी नहीं है। ਆਪਾਂ ਕੀ ਲਿਖਾਂਗੇ इट इज नॉट एन AP। क्यों नहीं है AP? बिकॉज कॉमन डिफरेंस इज नॉट सेम। कहता कॉमन डिफरेंस जो आया वो सेम नहीं है। साझा अंतर
बराबर नहीं है, इसलिए यह अंक गणितक लड़ी नहीं है। ਤਾਂ ਇਦਾਂ ਤੁਸੀਂ ਹੋਰ ਵੀ ਕੁਐਸਚਨ ਟਰਾਈ ਕਰ ਸਕਦੇ ਆ ਵੀ ਕਿਹੜੀ ਸੀਰੀਜ਼ ਜਿਹੜੀ ਹੈ, ਕਿਹੜੀ ਲੜੀ ਜਿਹੜੀ ਹੈ ਉਹ ਅੰਕਗਣਿਤਕ ਲੜੀ ਹੈ ਔਰ ਕਿਹੜੀ ਲੜੀ ਅੰਕਗਣਿਤਕ ਲੜੀ ਨਹੀਂ ਹੈ। ਤਾਂ ਇਹ ਬੜਾ ਸਿੰਪਲ ਜਿਹਾ ਇੱਕ ਕੁਐਸਚਨ ਸੀ। ਤਾਂ ਇਸ ਤੋਂ ਇਲਾਵਾ ਮੈਂ ਹੋਰ ਕੁਐਸਚਨ ਵੀ ਕਰਵਾ ਰਿਹਾ ਤਾਂ ਜੋ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਏ ਵੀ ਅਸੀਂ ਕਿਵੇਂ ਹੱਲ ਕਰਨੇ ਆ। ਅੱਗੇ ਦੇਖੋ, एक सीरीज है, आगे एक क्वेश्चन और है, -10 -6 -2, एंड सो। माइनस वाली रकम नू ध्यान नाल देखना। सब तो पहले असीं ये चेक करना है कि यह AP है। AP लई इन्हां दा सांझा अंतर पता करना पेगा। अगे वाली रकम कौन है? -6। ध्यान नाल देखो, -6 फिर ये माइनस करने हैं की माइनस करना इस चो -10। इनू चाहे ब्रैकेट च लिख लेना तां जो कि किसी भी किस्म की गलती ना होवे। -6 माइनस और -10 ये आ जाएगा -6 का -6। तुसी देखो इतने दो साइन आ गए, माइनस माइनस प्लस, ये रह जाएगा 10। मतलब कि माइनस और माइनस साइन कट गए, प्लस बन गया। ਹੁਣ ਤੁਸੀਂ ਇਸ ਨੂੰ ਦੇਖੋ, ਇਹ ਪਲੱਸ ਹੈ ਮਾਈਨਸ ਹੈ, ਪਲੱਸ ਮਾਈਨਸ ਮਾਈਨਸ, 10 ਚੋਂ 6 ਮਾਈਨਸ ਕਰੇ 4। ਵੱਡਾ ਕੌਣ ਹੈ ਜੀ? 10। ਬੜੀ ਰਕਮ ਦੀ ਜੋ ਹੈ ਉਸ ਨਿਸ਼ਾਨੀ ਆਏਗੀ, ਸਾਈਨ ਆਏਗਾ 4। ਇਹ ਤਾਂ ਸੀ ਨਾ ਦੋਹਾਂ ਨੂੰ। ਹੁਣ ਇਸ ਦੇ ਵਿੱਚੋਂ ਮੈਂ ਅੱਗੇ, ਇਹ ਹੈ ਮੇਰਾ -2 ਇਹ ਵਾਲਾ, ਤੇ ਇਸ ਚੋਂ ਮੈਂ ਮਾਈਨਸ ਕੀ ਕਰਨਾ ਹੈ? -6 ਬ੍ਰੈਕਟ 'ਚ ਰੱਖਾਂਗਾ ਮੈਂ। ਇਸ ਗੱਲ ਦਾ ਖਾਸ ਧਿਆਨ ਰੱਖਣਾ, ਬ੍ਰੈਕਟ 'ਚ ਰੱਖ ਕੇ ਫਿਰ ਅਸੀਂ ਇਸ ਨੂੰ ਚੈੱਕ ਕਰਾਂਗੇ किते साइन की गलती ना हो जाए। ये ब्रैकेट ओपन करांगे, -2 इत्थे फिर दो साइन माइनस माइनस +6 आ गया। ये प्लस ए माइनस, प्लस माइनस माइनस, 6 चो 2 माइनस करे, सॉरी 6 चो 2 माइनस करे 4। वड्डी रकम प्लस दी है तो ये भी प्लस का आएगा जी। फिर अगे मैं इन्हां दोहां नूं चेक करदा जी। ये आ जाएगा मेरे कोल ये वाला 2, फिर माइनस, ये उहदे पीछे कौन है? -2 ब्रैकेट च लिखा, ये 2 का 2 माइनस माइनस प्लस यानी कि 4। दिस इज डी डी डी। ये मैं सांझा अंतर कढ़िया सी तिन्नां दे विच, तां तुसीं देख रहे हो भी तिन्नां दे विच जिहड़ा सांझा अंतर है, कॉमन डिफरेंस है, वो की आ रहा जी? बराबर। पहले इन्हां दोहां नूं माइनस करिया, अगे वाली रकम चो पिछे वाली रकम माइनस करके 4। फिर इन्हां दोहां नूं चैक करिया, फिर 4। फिर इन्हां लास्ट वाले दोनों नूं मैं डिफरेंस करिया, फिर 4। तो इन्हां तिन्नां दा सांझा अंतर की है? बराबर है। की लिखांगे जी? इत्थे सांझा अंतर बराबर है। की है जी? सांझा अंतर, इत्थे सांझा अंतर बराबर है, इसलिए यह AP है। Here common difference is same, means constant, therefore it is an AP। ਤਾਂ ਇਹ ਇੱਕ AP ਹੈ। ਤਾਂ ਇਦਾਂ ਯਾਨੀ ਕਿ ਤੁਸੀਂ ਹੋਰ ਵੀ ਕੁਐਸਚਨ ਕਰ ਸਕਦੇ ਆ। ਇਹਦੇ ਵਿੱਚ ਤੁਸੀਂ ਹੁਣ ਦੇਖੋ, ਪਹਿਲਾ ਪਦ ਕੌਣ ਹੈ? 1 ਨੰਬਰ ਤੇ ਕੌਣ ਬੈਠਾ? A। ਤਾਂ therefore A यानी कि पहला पद, जिसनों असी फर्स्ट टर्म कहते हैं जी, फर्स्ट टर्म इज इक्वल टू -10। बहुत ही आसान होने जा रहा है चैप्टर थोड़े लिए। पेपर दे विच बहुत ज़्यादा इंपॉर्टेंट है, खास करके उन्होंने विद्यार्थियों लिए जिन्होंने विद्यार्थियों ने अगे +1 +2 या हायर एजुकेशन दे विच जाके गणित के विषय पढ़ने हैं या गणित के नाल संबंधित
ਵਿਸ਼ੇ ਪੜ੍ਹਦੇ ਹਨ ਤਾਂ ਉਹਨਾਂ ਨੂੰ ਇਹ ਚੈਪਟਰ ਬਹੁਤ ਜ਼ਰੂਰੀ ਹੈ ਸਮਝਣਾ, ਔਰ ਬਹੁਤ ਸਟਰੋਂਗਲੀ ਤੁਸੀਂ ਇਸ ਨੂੰ ਆਪਣਾ ਪੱਕਾ ਵਿਸ਼ਾ ਬਣਾ ਕੇ ਚੱਲਿਓ ਵੀ ਅੰਕ ਗਣਿਤਕ ਲੜੀ ਜਿਹੜੀ ਹੈ ਤੁਹਾਨੂੰ ਅੱਗੇ ਕੰਮ ਆਉਣ ਜਾ ਰਹੀ ਹੈ, ਔਰ ਆਉਣ ਵਾਲੇ ਕਲਾਸਾਂ ਦੇ ਵਿੱਚ ਇਹ ਤੁਹਾਨੂੰ ਕਾਫੀ ਵੱਧ ਕੇ ਮਿਲੇਗੀ, ਕਾਫੀ ਕੁਐਸਚਨ ਤੁਹਾਨੂੰ ਇਹਦੇ ਦੇਖਣ ਨੂੰ ਮਿਲਣਗੇ। ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਇਸ ਚੈਪਟਰ ਨੂੰ ਸਮਝਣਾ ਤੇ ਇਸ ਨੂੰ ਸਮਝ ਕੇ ਕਰਨਾ। ਤਾਂ ਇਸ ਤੋਂ ਅੱਗੇ ਮੈਂ ਇੱਕ ਕੁਐਸਚਨ ਹੋਰ ਕਰਾਵਾਂਗਾ, ਆਪਾਂ ਚੈੱਕ ਕਰਾਂਗੇ ਵੀ ਕੀ ਅੰਕ ਗਣਿਤਕ ਲੜੀ ਬਣਦੀ ਹੈ ਜਾਂ ਨਹੀਂ। ਬਾਕੀ ਦੇ ਕੁਝ ਕੁਐਸਚਨ ਤੁਸੀਂ ਆਪਣੇ ਆਪ ਟਰਾਈ ਕਰਨੇ ਹਨ ਤਾਂ ਜੋ ਕਿ ਤੁਹਾਨੂੰ ਇਹ ਗੱਲਾਂ ਬਿਲਕੁਲ ਕਲੀਅਰ ਹੋ ਜਾਣ ਵੀ ਕਿਵੇਂ ਅਸੀਂ ਇਹ ਕੁਐਸਚਨ ਜਿਹੜੇ ਹੱਲ ਕਰਨੇ ਹਨ। ਮੈਂ ਹੁਣ ਕੁਐਸਚਨ ਕਰ ਰਿਹਾ ਜੀ। ਕੁਐਸਚਨ ਹੈ ਬਹੁਤ ਹੀ ਸਿੰਪਲ ਜਿਹਾ ਕੁਐਸਚਨ ਹੈ, √3 √6 √9 √12 ਐਂਡ ਸੋ ਔਨ। ਮੈਂ ਇਹ ਚੈੱਕ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਕੀ ਇਹ ਅੰਕ ਗਣਿਤਕ ਲੜੀ ਹੈ ਜਾਂ ਨਹੀਂ। ਤੁਸੀਂ ਪਹਿਲੇ ਇਹਨੂੰ ਸਹੀ ਕਰਕੇ ਲਿਖਣ ਦੀ ਕੋਸ਼ਿਸ਼ ਕਰੋ ਵੀ ਜੇ ਇਹਨਾਂ ਦੇ ਕਿਤੇ ਗੁਣਨਖੰਡ ਤਾਂ ਨਹੀਂ ਬਣਦੇ। ਦੇਖੋ ਇਹ ਤਾਂ ਇੱਦਾਂ ਹੀ ਰਹੇਗਾ, ਇਸ ਦੇ ਵੈਸੇ 2 ਗੁਣਨਖੰਡ ਬਣਦੇ ਆ, 2 ਗੁਣਾ 3, ਤਾਂ ਵਰਗਮੂਲ ਦੇ ਅੰਦਰ ਅਗਰ ਜੋਟਾ ਬਣੇਗਾ ਤਾਂ ਹੀ ਕੋਈ ਰਕਮ ਬਾਹਰ ਆ ਸਕਦੀ ਹੈ। ਇਸ ਕਰਕੇ ਇਹਦਾ ਜੋਟਾ ਤਾਂ ਬਣ ਨਹੀਂ ਰਿਹਾ, ਇਸ ਕਰਕੇ ਮੈਂ ਇਸ ਨੂੰ 6 ਹੀ ਰੱਖਾਂਗਾ। ਇਹ ਰਹਿ ਗਿਆ 6। ਯਾਦ ਕਰੋ ਤੁਸੀਂ ਵਰਗਮੂਲ ਸਿੱਖੇ ਹੋਏ, 9 ਦਾ ਵਰਗਮੂਲ ਕਿੰਨਾ ਹੁੰਦਾ ਹੈ ਜੀ 3। 12 ਨੂੰ ਤੁਸੀਂ ਲਿਖ ਸਕਦੇ ਹੋ 2 ਦੂਣੀ 4 ਤੀਏ 12। ਮੈਂ ਥੋੜਾ ਜਿਹਾ ਹੋਰ ਸਹੀ ਲਿਖਾਂ ਜੇ ਇਸ ਨੂੰ, ਇਹ √3 √6 ਇਹ 3 ਬਣ ਗਿਆ, ਇੱਥੇ ਜੋਟੇ ਚੋਂ ਇੱਕ 2 ਬਾਹਰ, ਅੰਦਰ ਆ ਗਿਆ 3 ਐਂਡ ਸੋ ਔਨ। ਆਓ ਹੁਣ ਚੈੱਕ ਕਰੀਏ ਕਿ ਇਹ ਅੰਕ ਗਣਿਤਕ ਲੜੀ ਬਣਦੀ ਹੈ ਜਾਂ ਨਹੀਂ। ਅੰਕ ਗਣਿਤਕ ਲੜੀ ਚੈੱਕ ਕਰਨ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਉਹਨਾਂ ਦਾ ਸਾਂਝਾ ਅੰਤਰ ਚੈੱਕ ਕਰਨਾ। ਸਾਂਝਾ ਅੰਤਰ ਕੀ ਹੈ ਜੀ, ਅੱਗੇ ਵਾਲੀ ਰਕਮ ਦੇ ਵਿੱਚੋਂ ਮਾਈਨਸ ਕਰਾਂਗੇ ਪਿੱਛੇ ਵਾਲੀ ਰਕਮ। ਅੱਗੇ ਕੌਣ ਸੀ √6 ਮਾਈਨਸ ਇਹ ਕੌਣ ਸੀ √3। ਹੁਣ ਇੱਥੇ ਆ ਕੇ ਕਈ ਬੱਚੇ ਕਨਫਿਊਜ਼ ਹੋ ਜਾਂਦੇ ਨੇ। ਇੱਕ ਗੱਲ ਦਾ ਖਿਆਲ ਰੱਖਣਾ, ਇੱਥੇ √6 ਚੋਂ √3 ਮਾਈਨਸ ਕਰਕੇ √3 ਨਾ ਲਿਖ ਦਿਓ। ਦਿਸ ਇਜ਼ ਟੋਟਲੀ ਰੋਂਗ। ਕੀ ਹੈ ਇਹ ਗਲਤ ਹੈ। ਕਿਉਂਕਿ ਵਰਗਮੂਲ 6 ਅਲੱਗ ਹੈ ਤੇ ਵਰਗਮੂਲ 3 ਅਲੱਗ ਹੈ, ਤਾਂ 2 ਅਲੱਗ-ਅਲੱਗ ਚੀਜ਼ਾਂ ਦੇ ਵਿੱਚੋਂ ਅਸੀਂ ਅੰਤਰ ਪਤਾ ਨਹੀਂ ਕਰ ਸਕਦੇ। ਤਾਂ ਇਸ ਕਰਕੇ ਇਹਨਾਂ ਦਾ ਡਿਫਰੈਂਸ, ਇਹਨਾਂ ਦਾ ਜਿਹੜਾ ਸਾਂਝਾ ਅੰਤਰ ਹੈ ਉਹ ਅਸੀਂ ਨਹੀਂ ਕੱਢ ਸਕਦੇ, ਇਹਨਾਂ ਨੂੰ ਅਸੀਂ ਮਾਈਨਸ ਹੀ ਨਹੀਂ ਕਰ ਸਕਦੇ। ਤਾਂ ਫਿਰ ਇਹ ਇੱਦਾਂ ਹੀ ਲਿਖੀਆਂ ਜਾਣਗੀਆਂ। ਤਾਂ ਮਤਲਬ ਕਹਿਣ ਦਾ ਭਾਵ ਹੈ ਪਹਿਲੇ ਤਾਂ D ਇਹ ਆ ਗਿਆ। ਹੁਣ ਇਹਨਾਂ ਦੋਹਾਂ ਦੀ ਗੱਲ ਕਰਾਂਗੇ, ਇਹਨਾਂ ਦੋਹਾਂ ਦੀ। ਅੱਗੇ D ਕੱਢ, ਅੱਗੇ ਕੌਣ ਹੈ ਜੀ 3, ਇਹਦੇ ਪਿੱਛੇ ਕੌਣ ਹੈ √6। ਇਹਨਾਂ ਨੂੰ ਵੀ ਅਸੀਂ ਮਾਈਨਸ ਨਹੀਂ ਕਰ ਸਕਦੇ ਕਿਉਂਕਿ ਇਹ 3 ਕਿਹੜੀ ਸੰਖਿਆ ਹੈ ਜੀ, ਯਾਦ ਕਰੋ ਇਹ ਪਰਿਮੇਯ ਸੰਖਿਆ ਹੈ, ਇਹ ਅਪਰਿਮੇਯ ਸੰਖਿਆ ਹੈ। ਤਾਂ ਇੱਥੇ ਇਹਨਾਂ ਨੂੰ ਮਾਈਨਸ ਕਰਨਾ ਸਾਡੇ ਲਈ ਪੋਸੀਬਲ ਨਹੀਂ ਹੈ। ਤਾਂ ਇਹ ਐਜ਼ ਇਟ ਇਜ਼ ਜਿਵੇਂ ਹਨ ਇੱਦਾਂ ਹੀ ਰਹਿਣਗੇ ਇਹ। ਤਾਂ ਇਹ ਆ ਗਿਆ, ਇੱਥੇ ਹੀ ਅੰਦਾਜ਼ਾ ਲਾ ਲਓ, ਅੱਗੇ ਹੱਲ ਕਰਨ ਦੀ ਲੋੜ ਹੀ ਨਹੀਂ। ਦੇਖੋ ਪਹਿਲੀਆਂ 2 ਰਕਮਾਂ ਨੂੰ ਮਾਈਨਸ ਕਰਕੇ ਇਹ ਆ ਗਿਆ, ਦੂਜੀਆਂ ਨੂੰ ਮਾਈਨਸ ਕਰਕੇ ਇਹ ਆ ਗਿਆ। ਕੀ ਇਹ ਦੋਨੋਂ ਬਰਾਬਰ ਹਨ? ਦੇ ਆਰ ਨਾਟ ਇਕੁਅਲ, ਇਹ ਬਰਾਬਰ ਨਹੀਂ ਹਨ। ਤਾਂ ਤੀਜੇ ਨੂੰ ਤਾਂ ਹੱਲ ਕਰਨ ਦੀ ਜ਼ਰੂਰਤ ਹੀ ਨਹੀਂ। ਆਪਾਂ ਇੱਥੇ ਲਿਖਾਂਗੇ, ਇੱਥੇ ਸਾਂਝਾ ਅੰਤਰ ਬਰਾਬਰ ਨਹੀਂ ਹੈ, ਇਸ ਲਈ ਇਹ AP ਨਹੀਂ ਹੈ। ਤਾਂ ਇਹ AP ਨਹੀਂ ਹੈ। ਤਾਂ ਇੱਦਾਂ ਹੁਣ ਤੁਹਾਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਤੁਸੀਂ ਕੋਈ ਵੀ ਅਗਰ ਤੁਹਾਨੂੰ ਲੜੀ ਦਿੱਤੀ ਜਾਂਦੀ ਆ ਤਾਂ ਉਸ ਲੜੀ ਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਇਹ ਚੈੱਕ ਕਰ ਸਕਦੇ ਆ ਵੀ ਕੀ ਉਹ ਲੜੀ ਅੰਕ ਗਣਿਤਕ ਲੜੀ, ਕਹਿਣ ਦਾ ਭਾਵ ਹੈ AP ਹੈ। AP ਮੀਨਸ ਅਰਥਮੈਟਿਕ ਪ੍ਰੋਗਰੈਸ਼ਨ ਹੈ।
ਤਾਂ ਉਹ ਚੈੱਕ ਕਰਨ ਦਾ ਢੰਗ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਸਾਂਝਾ ਅੰਤਰ ਪਤਾ ਕਰਨਾ ਹੈ, ਕਾਮਨ ਡਿਫਰੈਂਸ। ਤਾਂ ਉਹ ਕਾਮਨ ਡਿਫਰੈਂਸ ਨੂੰ ਤੁਸੀਂ ਚੈੱਕ ਕਰ ਲੈਣਾ। ਜੇ ਉਹ ਸਾਂਝਾ ਅੰਤਰ ਬਰਾਬਰ ਆਏਗਾ ਤਾਂ ਉਹ ਲੜੀ ਜਿਹੜੀ ਹੈ ਸਾਡੀ ਅੰਕ ਗਣਿਤਕ ਲੜੀ AP ਬਣੇਗੀ। ਜੇ ਉਹਦਾ ਸਾਂਝਾ ਅੰਤਰ ਬਰਾਬਰ ਨਹੀਂ ਹੈ ਤਾਂ ਉਹ ਲੜੀ ਜੋ ਹੈ ਉਹ ਅੰਕ ਗਣਿਤਕ ਲੜੀ ਨਹੀਂ ਹੋਏਗੀ। ਖਾਸ ਗੱਲ ਧਿਆਨ ਨਾਲ ਕਰ ਲੈਣੀ ਹੈ। ਇਹਦੇ ਨਾਲ ਦੇ ਕੁਐਸਚਨ ਤੁਸੀਂ ਹੋਰ ਵੀ ਕਰ ਸਕਦੇ ਆ। ਤਾਂ ਹੁਣ ਆਪਾਂ ਉਮੀਦ ਕਰਦਾ ਮੈਂ ਤੁਹਾਨੂੰ ਅੱਜ ਇਹ ਸਾਰੀ ਗੱਲ ਸਮਝ ਲੱਗ ਗਈ ਹੋਣੀ ਹੈ ਵੀ ਕਿਵੇਂ ਕੋਈ ਲੜੀ ਜਿਹੜੀ ਹੈ ਉਹ ਅੰਕ ਗਣਿਤਕ ਲੜੀ ਹੋ ਸਕਦੀ ਹੈ ਔਰ ਕਿਵੇਂ ਕੋਈ ਲੜੀ ਜਿਹੜੀ ਹੈ ਅੰਕ ਗਣਿਤਕ ਲੜੀ ਨਹੀਂ ਹੋ ਸਕਦੀ। ਤਾਂ ਬੜਾ ਹੀ ਆਸਾਨ ਜਿਹਾ ਕੰਸੈਪਟ ਸੀ, ਬੜਾ ਸਿੰਪਲ ਜਿਹਾ ਕੰਸੈਪਟ ਸੀ, ਜਿਹੜਾ ਉਮੀਦ ਕਰਦਾ ਵੀ ਤੁਹਾਨੂੰ ਸਮਝ ਆਇਆ ਹੋਣਾ। ਔਰ ਹੁਣ ਅੱਜ ਦੇ ਲਈ ਇੰਨਾ ਹੀ ਬਹੁਤ, ਬਾਕੀ ਅੱਗੇ ਆਪਾਂ ਚੈੱਕ ਕਰਾਂਗੇ। ਸੋ ਥੈਂਕ ਯੂ। ਇਹਨੂੰ ਅੱਛੀ ਤਰ੍ਹਾਂ ਰਿਵਾਈਜ਼ ਕਰ ਲੈਣਾ।